ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਵੇਲੇ ਦੀਆਂ ਕੁਝ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜਾ ਹਾਈ ਅਲਰਟ ਜਾਰੀ ਕੀਤਾ ਗਿਆ, ਜੋ ਕੁਝ ਵੀ ਅੱਜ ਦਿੱਲੀ ਹੋਇਆ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਜਿਹੜਾ ਦਿੱਲੀ ਦੇ ਵਿੱਚ ਘਟਨਾ ਹੋਈ ਹੈ, ਜੋ ਕੁਝ ਵੀ ਅੱਜ ਵਾਪਰਿਆ ਟਰੈਕਟਰ ਪਰੇਡ ਦੇ ਦੌਰਾਨ। ਉਸ ਤੋਂ ਬਾਅਦ ਅਮਿਤ ਸ਼ਾਹ ਦੇ ਨਾਲ ਦਿੱਲੀ ਪੁਲਿਸ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਕੁਝ ਸਖਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ ਗਏ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਜਿਹੜੇ ਹੈਗੇ ਕਿਸਾਨਾਂ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦੀ ਦਿਖਾਈ ਦਿੱਤੀ ਦਿੱਲੀ ਪੁਲਿਸ, ਤੇ ਖਾਸ ਤੌਰ ਤੇ ਰਵਨੀਤ ਸਿੰਘ ਬਿੱਟੂ ਜਿਹੜੇ ਹੈਗੇ ਆ ਉਹ ਦੀਪ ਸਿੱਧੂ ਦੇ ਉੱਪਰ ਕੁਝ ਇਲਜ਼ਾਮ ਲਗਾਉਂਦੇ ਦਿਖਾਈ ਦਿੱਤੇ। ਇਹਨਾਂ ਪੂਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਾਂਗੇ। ਗੱਲਬਾਤ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਸੀਨੀਅਰ ਸਹਿਯੋਗੀ ਪ੍ਰੋਫੈਸਰ PS ਭੋਗਲ ਸਾਹਿਬ। ਗੱਲਬਾਤ ਕਰਦੇ ਹਾਂ। ਭੋਗਲ ਸਾਹਿਬ, ਜਿਹੜੀ ਵੱਡੀ ਅਪਡੇਟ ਇਹ ਹੈ ਜਿਹੜੀ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੇ ਹੈਗੇ ਆ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਪੰਜਾਬ ਦੇ DGP ਨੂੰ, ਉਹ ਕੀ ਨੇ ਤੇ ਆਖਰ ਇਹਦੀ ਲੋੜ ਕਿਉਂ ਪੈ ਗਈ? ਸੁਖਵਿੰਦਰ, ਅੱਜ ਸਾਰੇ ਦਿਨ ਦਾ ਜਿਹੜਾ ਘਟਨਾਕ੍ਰਮ ਹੈ ਉਹ ਬੜਾ ਹੀ ਇੱਕ ਤੋਂ ਬਾਅਦ ਇੱਕ ਘਟਨਾਵਾਂ ਹੁੰਦੀਆਂ ਚਲੀਆਂ ਗਈਆਂ। ਆਪਾਂ ਸਾਰਾ ਦਿਨ ਉੱਥੋਂ ਦੇਖਦੇ ਰਹੇ, ਜੋ ਰਿਪੋਰਟਸ ਆਉਂਦੀਆਂ ਰਹੀਆਂ ਜੀ, ਕਾਫੀ ਜ਼ਿਆਦਾ ਪੋਲੀਟੀਕਲੀ ਉਸ ਦੇ ਜਿਹੜੇ ਫਾਲੋਆਊਟ ਹੈ ਔਰ ਸਿਕਿਉਰਿਟੀ ਫਾਲੋਆਊਟਸ ਵੀ ਉਸ ਦੇ ਜਿਹੜੇ ਹੈ ਉਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ। ਤੋਂ ਬਾਅਦ ਦੁਪਹਿਰ ਜਿਹੜੀ ਹੈ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਸੀਨੀਅਰ ਆਫੀਸਰਸ ਦੇ ਨਾਲ ਦਿੱਲੀ ਪੁਲਿਸ ਦੇ ਔਰ ਜਿਹੜੇ ਮਿਨਿਸਟਰੀ ਦੇ ਸੀਨੀਅਰ ਆਫੀਸਰਸ ਹੈ ਉਹਨਾਂ ਦੀ ਮੀਟਿੰਗ ਬੁਲਾਈ ਤਾਂ ਕਿ ਜੋ ਵੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਹੈ, ਜੋ ਸਥਿਤੀ ਹੈ, ਉਸ ਤੇ ਜਾਇਜ਼ਾ ਲਿਆ ਜਾਵੇ ਜੀ। ਉਸ ਮੀਟਿੰਗ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਕਿ ਦਿੱਲੀ 'ਚ 15 ਕੰਪਨੀਆਂ ਪੈਰਾਮਿਲਟਰੀ ਫੋਰਸਿਸ ਦੀਆਂ CRPF ਔਰ ਦੂਸਰੇ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਆ ਉਹ ਤਾਇਨਾਤ ਕੀਤੀਆਂ ਜਾਣਗੀਆਂ ਦਿੱਲੀ ਪੁਲਿਸ ਦੇ ਨਾਲ ਕਿਉਂਕਿ ਇਹ ਉਹਨਾਂ ਨੇ ਵਿੱਚ ਉਹਦੇ ਸਿੱਟਾ ਕੱਢਿਆ ਕਿ ਦਿੱਲੀ ਪੁਲਿਸ ਜਿਹੜੀ ਹੈ ਸਿਚੁਏਸ਼ਨ ਨੂੰ ਹੈਂਡਲ ਕਰਨ ਦੇ ਵਿੱਚ ਬਹੁਤ ਹੀ ਕਾਮਯਾਬ ਨਹੀਂ ਰਹੀ। ਨਾਲ ਹੀ ਦਿੱਲੀ ਪੁਲਿਸ ਨੂੰ ਇਹ ਹਦਾਇਤ ਵੀ ਦਿੱਤੀ ਕਿ ਸਾਰੀ ਸਥਿਤੀ ਨੂੰ ਜਿਹੜਾ ਹੈ ਉਸ ਨੂੰ ਸਖਤੀ ਨਾਲ ਨਿਪਟਿਆ ਜਾਵੇ ਔਰ ਕਿਸੇ ਤਰ੍ਹਾਂ ਦੀ ਕੋਈ ਅਨਟੂਵਰਡ ਇਨਸੀਡੈਂਟਸ, ਕੋਈ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਆਲੇ ਦੁਆਲੇ ਨਹੀਂ ਹੋਣੀ ਚਾਹੀਦੀ। ਤੋਂ ਕਿਉਂਕਿ ਦਿੱਲੀ ਦੇ ਵਿੱਚ ਅੱਜ ਵਾਇਲੈਂਸ ਹੋਇਆ, ਪੁਲਿਸ ਵਾਲਿਆਂ ਦੇ ਵੀ ਸੱਟਾਂ ਲੱਗੀਆਂ, ਕਿਸਾਨਾਂ ਦੇ ਵੀ ਸੱਟਾਂ ਲੱਗੀਆਂ। ਕੁਝ ਕਿਸਾਨ ਹਲੇ ਵੀ ਲਾਲ ਕਿਲੇ ਦੇ ਅੰਦਰ ਜਿਹੜੇ ਹੈ ਉਹ ਬੈਠੇ ਨੇ। ਦਿੱਲੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਉੱਥੋਂ ਪਰਸੂਏਟ ਕਰਕੇ ਬਾਹਰ ਕੱਢਣ ਦੀ ਜੀ। ਤੋਂ ਲੱਗਦਾ ਸੀ ਕਿ ਔਰ ਸਾਰਾ ਦਿਨ ਫਿਰ ਉਹੀ ਜਿਹੜੀ ਸੋਸ਼ਲ ਮੀਡੀਆ ਤੇ ਔਰ ਮਤਲਬ RSS BJP ਦੇ ਜਿਹੜੇ ਕਾਰਕੁਨ ਉਹ ਐਕਟਿਵ ਹੋ ਗਏ। ਕੋਈ ਇਸ ਅੰਦੋਲਨ ਨੂੰ ਕੋਈ ਖਾਲਿਸਤਾਨੀ ਗਰਦਾਨਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕਿਸਾਨਾਂ ਨੂੰ ਜਿਹੜਾ ਹੈ ਉਹ ਬੁਰਾ ਭਲਾ ਕਹਿ ਰਿਹਾ, ਕੋਈ ਕੰਗਨਾ ਰਣੌਤ ਨੇ ਵੀ ਕੁਝ ਬਕਵਾਸਬਾਜ਼ੀ ਕੀਤੀ, ਆਪਾਂ ਸਾਰਿਆਂ ਨੇ ਉਸਨੂੰ ਸੁਣਿਆ। ਤੇ ਇਹਨਾਂ ਹਾਲਾਤਾਂ ਤੋਂ ਪੰਜਾਬ ਸਰਕਾਰ ਨੇ ਵੀ ਚਿੰਤਾ ਲਈ ਕਿਉਂਕਿ ਪੰਜਾਬ ਤੋਂ ਲੋਕ ਬਹੁਤ ਜ਼ਿਆਦਾ ਗਏ ਹੋਏ ਨੇ। ਇਸ ਅੰਦੋਲਨ ਦੀ ਜਿਹੜੀ ਪਹਿਲ ਕਦਮੀ ਹੈ ਉਹ ਜ਼ਾਹਿਰ ਹੈ ਪੰਜਾਬ ਨੇ ਕੀਤੀ ਔਰ ਹਾਲਾਂਕਿ ਇਹਦੇ ਵਿੱਚ ਸਾਰੇ ਦੇਸ਼ ਦੇ ਕਿਸਾਨ ਇਨਵੋਲਵ ਹੋ ਗਏ, ਲੇਕਿਨ ਜਿਹੜੀਆਂ ਫਾਸਟ ਸ਼ਕਤੀਆਂ ਨੇ ਉਹ ਹਾਲੇ ਵੀ ਇਸ ਨੂੰ ਖਾਲਿਸਤਾਨੀ ਜਾਂ ਸਿੱਖ ਅੰਦੋਲਨ ਦਾ ਰੂਪ ਹੀ ਦੇਣ ਦੀ ਕੋਸ਼ਿਸ਼ ਕਰ ਰਹੀਆਂ। ਤੇ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਸ ਦਾ ਕੋਈ ਫਾਲੋਆਊਟ ਜਿਹੜਾ ਹੈ ਪੰਜਾਬ 'ਚ ਵੀ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਕਤੀਆਂ ਹਜੇ ਵੀ ਡੋਰਮੈਂਟ ਹੈ, ਸੁੱਤੀਆਂ ਪਈਆਂ, ਜਿਹੜੀਆਂ ਇੱਥੇ ਧਰਮ ਦੇ ਆਧਾਰ ਕੋਈ ਜਿਹੜੀ ਹੈ ਗੜਬੜ ਕਰ ਸਕਦੀਆਂ। ਤੋਂ ਪੰਜਾਬ ਦੇ ਮੁੱਖ ਮੰਤਰੀ ਨੇ ਬਿਲਕੁਲ ਠੀਕ ਕੀਤਾ ਕਿ ਪੁਲਿਸ ਨੂੰ ਹਾਈ ਅਲਰਟ ਜਿਹੜਾ ਹੈ ਉਸ ਤੇ ਰਹਿਣ ਦੀ ਜਿਹੜੀ ਤਾਕੀਦ ਕੀਤੀ ਹੈ ਤਾਂ ਕਿ ਉਸ ਘਟਨਾਕ੍ਰਮ ਦੇ ਲੜੀ ਵਜੋਂ ਪੰਜਾਬ ਦੇ ਵਿੱਚ ਕੋਈ ਜਿਹੜੀ ਹੈ ਇਸ ਤਰ੍ਹਾਂ ਦੀ ਗੱਲਬਾਤ ਨਾ ਹੋ ਜਾਏ ਜਿਹਦੇ ਨਾਲ ਹਾਲਾਤ ਚੱਲੇ ਕਿੱਥੋਂ ਸੀ ਤੇ ਤੁਰ ਪੈਣ ਕਿਸੇ ਪਾਸੇ ਨੂੰ। ਇਸ ਚੀਜ਼ ਦਾ ਬਹੁਤ ਬੜਾ ਜਿਹੜਾ ਅੰਦੇਸ਼ਾ ਬਣਿਆ ਰਿਹਾ, ਇਸ ਕਰਕੇ ਇਹ ਹਾਈ ਅਲਰਟ ਦਿੱਤਾ ਗਿਆ ਔਰ ਮੇਰਾ ਖਿਆਲ ਹੈ ਕਿ ਜ਼ਰੂਰੀ ਹੈ, ਇਸ ਦਾ ਪ੍ਰੀਕਾਸ਼ਨ ਲੈਣੀ ਜ਼ਰੂਰੀ ਸੀ। ਤਾਂ ਹੁਣ ਜੀ ਇਸ ਦੇ ਨਾਲ ਜਿਹੜਾ ਹੈ ਅੱਜ ਦਿਨ ਵਿੱਚ ਮੀਡੀਆ ਦੇ ਉੱਤੇ ਜੋ ਸਵੇਰੇ ਹੋਇਆ, ਕਿਸਾਨਾਂ ਦੇ ਇੱਕ ਧੜੇ ਨੇ ਮਿੱਥੇ ਸਮੇਂ ਤੋਂ ਪਹਿਲਾਂ ਜੋ ਦਿੱਲੀ ਪੁਲਿਸ ਨਾਲ ਜਿਹੜਾ ਹੈ ਕਿਸਾਨ ਨੇਤਾਵਾਂ ਦੀ ਜਨਰਲ ਅੰਡਰਸਟੈਂਡਿੰਗ ਹੋਈ ਸੀ ਕਿ 10 ਵਜੇ ਤੋਂ ਬਾਅਦ ਕਿਸਾਨ ਆਪਣਾ ਮਾਰਚ ਸ਼ੁਰੂ ਕਰਨਗੇ ਔਰ ਉਹ ਕੁਝ ਸਪੈਸੀਫਾਈਡ ਜਿਹੜੇ ਭੋਗਲ ਸਾਹਿਬ ਮੈਂ ਇਸ ਤੇ ਵੀ ਆਵਾਂਗੇ। ਸਭ ਤੋਂ ਪਹਿਲਾਂ ਜੇ ਗੱਲਬਾਤ ਕਰ ਲਈਏ ਕਿ ਜਿਸ ਤਰੀਕੇ ਦੇ ਨਾਲ ਸਖਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ ਗਏ ਨੇ, ਅਮਿਤ ਸ਼ਾਹ ਨੇ ਜਿਹੜੀ ਮੀਟਿੰਗ ਕੀਤੀ ਹੈ ਦਿੱਲੀ ਪੁਲਿਸ ਦੇ ਨਾਲ, ਕਿਸਾਨਾਂ ਨਾਲ ਸਖਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ ਨੇ। ਜਿਸ ਤਰੀਕੇ ਦੇ ਨਾਲ ਕੁਝ ਕਿਸਾਨ ਹਾਲੇ ਵੀ ਦਿੱਲੀ ਦੇ ਵਿੱਚ ਹੀ ਨੇ ਤੇ ਨੈੱਟ ਵੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਆ, ਜਿਵੇਂ ਮੇਨ ਲੀਡਰ ਹੈਗੇ ਆ, ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਘਟਨਾਵਾਂ ਹੋਈਆਂ ਤਾਂ ਜਿਹੜੇ ਵਿੱਚ ਹੀ ਰੱਦ ਕਰ ਦਿੱਤਾ ਗਿਆ, ਟਰੈਕਟਰ ਪਰੇਡ ਵਿੱਚ ਹੀ ਰੱਦ ਕਰ ਦਿੱਤੀ ਗਈ ਤੇ ਆਪਣੇ ਸਥਾਨਾਂ ਦੇ ਉੱਪਰ ਵਾਪਸ ਆ ਗਏ ਤੇ ਉਹਨਾਂ ਦੇ ਵੱਲੋਂ ਸਾਰਿਆਂ ਨੂੰ ਇਹੀ ਅਪੀਲ ਕੀਤੀ ਕਿ ਵਾਪਸ ਆ ਜਾਓ।
ਕੁਝ ਲੋਕ ਪਹਿਲਾਂ ਇਹ ਵੀ ਗੱਲ ਤੇ ਅੜੇ ਹੋਏ ਸੀ ਕਿ ਹਾਲੇ ਅਸੀਂ ਵਾਪਸ ਨਹੀਂ ਆਵਾਂਗੇ, ਕਿਉਂਕਿ 1 ਤਰੀਕ ਨੂੰ ਤੁਸੀਂ ਫੇਰ ਆਉਣ ਦਾ ਪ੍ਰੋਗਰਾਮ ਦਿੱਤਾ ਤਾਂ ਅਸੀਂ ਦਿੱਲੀ ਦੇ ਵਿੱਚ ਦਿੱਲੀ ਬੈਠ ਕੇ ਇੱਥੇ ਜਾਮ ਕਰਾਂਗੇ। ਤਾਂ ਬਹੁਤ ਸਾਰੇ ਲੋਕ ਹਾਲੇ ਵੀ ਵਾਪਸ ਆ ਰਹੇ ਆ। ਹੋ ਸਕਦਾ ਕਿ ਜਿਹੜੇ ਅੜੇ ਹੋਏ ਲੋਕ ਸੀ ਉਹ ਵੀ ਵਾਪਸ ਆ ਜਾਣ, ਪਰ ਜੇਕਰ ਉਹ ਨਹੀਂ ਆਉਂਦੇ ਤਾਂ ਜਿਸ ਤਰੀਕੇ ਨਾਲ ਸਖਤੀ ਨਾਲ ਨਿਪਟਣ ਦੇ ਨਿਰਦੇਸ਼ ਜਾਰੀ ਕੀਤੇ ਗਏ ਆ, ਦੂਜਾ ਨੈੱਟ ਵੀ ਬੰਦ ਕਰ ਦਿੱਤਾ ਗਿਆ, ਤਾਂ ਕੁਝ ਰੱਬ ਨਾ ਕਰੇ ਕੋਈ ਵੱਡਾ ਵਾਪਰਨ ਦੇ ਅਸਾਰ ਵੀ ਬਣ ਸਕਦੇ ਆ। ਨਹੀਂ, ਮੇਰਾ ਨਹੀਂ ਖਿਆਲ, ਕਿਉਂਕਿ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਕਿਸਾਨ ਜਿੱਥੇ ਜਿੱਥੇ ਬੈਠੇ ਆ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਨਹੀਂ ਹੋਏਗੀ, ਔਰ ਸਿਕਿਉਰਿਟੀ ਫੋਰਸਸ ਉਹਨਾਂ ਨੂੰ ਘੇਰ ਕੇ, ਉਹਨਾਂ ਨੂੰ ਕੁਆਰੰਟਾਈਨ ਕਰਕੇ, ਉਹਨਾਂ ਨੂੰ ਜਿਹੜਾ ਹੈ ਹੋ ਸਕਦਾ ਗ੍ਰਿਫਤਾਰ ਕਰਕੇ ਆਪਣੇ ਦਿੱਲੀ ਦੇ ਦਾਇਰੇ ਤੋਂ ਬਾਹਰ ਜਿਹੜਾ ਹੈ ਉਹ ਲੈ ਆਉਣ, ਔਰ ਉਹਨਾਂ ਦੇ ਜਿਹੜੇ ਸਾਜ਼ੋ ਸਮਾਨ ਹੈ, ਟਰੈਕਟਰ ਵਗੈਰਾ ਹੋਰ ਜੋ ਕੁਛ ਹੈ ਉਹ ਉੱਥੇ ਲਿਆਂਦਾ ਜਾਵੇ। ਬਹੁਤ ਜ਼ਿਆਦਾ ਮੇਰਾ ਨਹੀਂ ਖਿਆਲ ਕੋਈ ਸਖਤੀ ਕਰਨ ਦੀ, ਕਿਉਂਕਿ ਇਹ ਜੋ ਘਟਨਾਕ੍ਰਮ ਹੋਇਆ ਬਹੁਤ ਸਾਰੇ ਕਿਸਾਨ ਉੱਥੋਂ ਆਲਰੇਡੀ ਵਾਪਸ ਆ ਚੁੱਕੇ ਹੈ ਜੀ, ਤੇ ਹੁਣ ਕਿਤੇ ਕਿਤੇ ਦਿੱਲੀ 'ਚ ਬੈਠੇ ਆ। ਤੇ ਮੇਰਾ ਖਿਆਲ ਹੈ ਕਿ ਸਾਡੀਆਂ ਸਿਕਿਉਰਿਟੀ ਫੋਰਸਸ ਜਿਹੜੀਆਂ ਹੈਗੀਆਂ ਉਹ ਉਹਨਾਂ ਨੂੰ ਮਨਾ ਕੇ ਔਰ ਨਾਲ ਜਿਹੜਾ ਹੈ ਵਾਜਿਬ ਜਿਹਾ ਸ਼ਕਤੀ ਦਾ ਉਪਯੋਗ ਕਰਕੇ ਉਹਨਾਂ ਨੂੰ ਵਾਪਸ ਉੱਥੋਂ ਲਿਆ ਸਕਦੇ ਔਰ ਉਹ ਵਾਪਸ ਆ ਜਾਣਗੇ। ਤਾਂ ਹੁਣ ਜਿਸ ਤਰੀਕੇ ਦੇ ਜੀ 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 ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨਾਂ ਦੇ ਉੱਤੇ ਕੋਈ ਬਦਲਾ ਲਊ ਟਾਈਪ ਦੀ ਕਾਰਵਾਈ ਕਰੇਗੀ। ਚਲੋ ਅਸੀਂ ਆਸ ਵੀ ਇਹੀ ਕਰਦੇ ਹਾਂ, ਅਰਦਾਸ ਵੀ ਇਹੀ ਕਰਦੇ ਹਾਂ ਕਿ ਸਭ ਕੁਝ ਠੀਕ ਠਾਕ ਹੋਵੇ, ਸਾਰੇ ਆਪਣੇ ਆਪਣੇ ਸਥਾਨਾਂ ਤੇ ਸੁੱਖ ਸ਼ਾਂਤੀ ਦੇ ਨਾਲ ਵਾਪਸ ਪਰਤਣ। ਬਿਲਕੁਲ। ਤਾਂ ਉਸ ਤੋਂ ਬਾਅਦ ਹੁਣ ਕਈ ਤਰ੍ਹਾਂ ਦੀ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਦੇ ਵੱਲੋਂ। ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਜਿਹੜਾ ਤੈਅ ਸਮੇਂ ਤੋਂ ਪਹਿਲਾਂ ਕਿਉਂ ਤੁਰ ਪਏ, ਤਾਂ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਜੀ ਉਹੀ ਗੱਲ ਮੈਂ ਕਹਿ ਰਿਹਾ ਸੀਗਾ ਕਿ ਕਿਸਾਨਾਂ ਦੇ ਨਾਲ ਇੱਕ ਅੰਡਰਸਟੈਂਡਿੰਗ ਹੋਈ ਸੀ ਦਿੱਲੀ ਪੁਲਿਸ ਦੀ ਕਿ 10 ਵਜੇ ਰੈਲੀ ਸ਼ੁਰੂ ਕੀਤੀ ਜਾਏਗੀ ਔਰ ਕਿਸੇ ਨਿਸ਼ਚਿਤ ਮਾਰਗ ਦੇ ਉੱਤੇ ਹੀ ਜਿਹੜਾ ਹੈ ਕਿਸਾਨ ਜਾਣਗੇ, ਉਸ ਤੋਂ ਇੱਧਰ ਉੱਧਰ ਨਹੀਂ ਜਾਣਗੇ, ਸਰਕਾਰੀ ਇਮਾਰਤਾਂ ਤੇ ਕੋਈ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਤੋਂ ਸਵੇਰੇ ਹੀ ਜਿਹੜਾ ਹੈ ਉਹ ਇੱਕ ਜਿਹੜਾ ਕਿਸ ਗਰੁੱਪ ਹੈ ਉਸਨੇ ਜਿਹੜਾ ਪੰਧੇਰ ਗਰੁੱਪ ਦਾ ਨਾਮ ਲਿਆ ਜਾ ਰਿਹਾ, ਉਸਨੇ ਜਿਹੜਾ ਹੈ ਪਹਿਲ ਕਦਮੀ ਕਰਕੇ ਸਿੰਘੂ ਬੈਰੀਅਰ ਤੇ ਬੈਰੀਕੇਡਸ ਹਟਾ ਕੇ ਸਮੇਂ ਤੋਂ ਪਹਿਲਾਂ ਹੀ ਜਿਹੜਾ ਉਹ ਚੱਲੇ, ਔਰ ਫਿਰ ਇਸੇ ਤਰ੍ਹਾਂ ਦੂਸਰੇ ਪਾਸਿਓਂ ਵੀ ਕਈ ਬੈਰੀਕੇਡਸ ਤੋਂ ਜਿਹੜੇ ਹੈ ਲੋਕ ਦਿੱਲੀ ਦੇ ਵਿੱਚ ਆਉਣੇ ਸ਼ੁਰੂ ਹੋ ਗਏ। ਔਰ ਫਿਰ ਨਾਲ ਦੀ ਨਾਲ ਜਿਹੜਾ ਹੈ ਕੁਝ ਤਾਂ ਲੋਕ ਜਿਹੜੇ ਹੈ ਉਹ ਕਿਉਂਕਿ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਇਸ ਅੰਦੋਲਨ ਦੀ ਜਿਹੜੀ ਇੱਕ ਮੇਨ ਪ੍ਰੋਬਲਮ ਸੀ ਕਿ ਕੋਈ ਇੱਕ ਖਾਸ ਯੂਨੀਫਾਈਡ ਲੀਡਰ ਨਹੀਂ ਸੀਗਾ ਜਿਹਦੀ ਆਵਾਜ਼ ਤੇ ਸਾਰੇ ਕਿਸਾਨ ਜਿਹੜੇ ਹੈ ਉਹ ਕੋਈ ਐਕਸ਼ਨ ਕਰਦੇ। ਹਰ ਧੜਾ ਆਪਣੇ ਆਪਣੇ ਹਿਸਾਬ ਨਾਲ ਚੱਲਣ ਲੱਗ ਗਿਆ ਔਰ ਫਿਰ ਉਹ ਜਿਹੜੇ ਹੈ ਇਹੋ ਜਿਹੀ ਸਥਿਤੀ ਉੱਥੇ ਪੈਦਾ ਹੋ ਗਈ, ਕਾਫੀ ਟਕਰਾਅ ਵੀ ਹੋਇਆ, ਅਥਰੂ ਗੈਸ ਦੇ ਗੋਲੇ ਹੀ ਜ਼ਿਆਦਾ ਚੱਲੇ। ਇੱਕ ਕਿਸਾਨ ਦੀ ਅਸੀਂ ਦੇਖਿਆ ਟਰੈਕਟਰ ਉਲਟਣ ਨਾਲ ਮੌਤ ਵੀ ਹੋਈ ਹੈ, ਹਾਲਾਂਕਿ ਇਹ ਵੀ ਕਿਹਾ ਗਿਆ ਗੋਲੀ ਲੱਗੀ ਹੈ ਪਰ ਉਹਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹਾਲੇ ਤੱਕ। ਜੋ ਵੀ ਹੈ ਮੰਦਭਾਗੀ ਘਟਨਾ ਹੋਈ। ਹਾਂ, ਮੰਦਭਾਗੀ ਘਟਨਾ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਸਾਰਾ ਦਿਨ ਇਹ ਇਲਜ਼ਾਮਬਾਜ਼ੀ ਜਿਹੜੀ ਹੈ ਉਹ ਚਲਦੀ ਰਹੀ। ਫਿਰ ਉਹ ਲਾਲ ਕਿਲੇ ਦੇ ਵਿੱਚ ਉਹ ਇਨਸੀਡੈਂਸ ਹੋਇਆ ਜਦੋਂ ਇੱਕ ਵਿਅਕਤੀ ਨੇ ਜਿਹੜਾ ਖਾਲੀ ਫਲੈਗ ਸਟਾਫ ਸੀਗਾ ਉਹਦੇ ਉੱਤੇ ਜਾ ਕੇ ਕਿਸਾਨ ਯੂਨੀਅਨ ਦਾ ਔਰ ਇੱਕ ਕੇਸਰੀ ਝੰਡਾ ਜਿਹੜਾ ਹੈ ਉਹਦੇ ਤੇ ਲਹਿਰਾਇਆ, ਪਿੱਛੇ ਉਹਦੇ ਤਿਰੰਗਾ ਝੰਡਾ ਜਿਹੜਾ ਹੈ ਆਲਰੇਡੀ ਚੱਲਦਾ ਆ ਰਿਹਾ ਸੀਗਾ। ਇਸ ਤਰ੍ਹਾਂ ਦੀ ਇੱਕ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉੱਥੇ ਲੱਗਿਆ ਹੋਇਆ ਤਿਰੰਗਾ ਝੰਡਾ ਉਤਾਰਿਆ ਗਿਆ, ਲੇਕਿਨ ਸੱਚ ਹੈ ਕਿ ਤਿਰੰਗਾ ਝੰਡਾ ਉਸ ਤੇ ਨਹੀਂ ਸੀਗਾ। ਉਸ ਫਲੈਗ ਸਟਾਫ ਤੇ ਕੋਈ ਝੰਡਾ ਨਹੀਂ ਹੁੰਦਾ, ਸਿਰਫ 15 ਅਗਸਤ ਪਹੁੰਚੇ ਲੋਕਾਂ ਦੇ ਵੱਲੋਂ ਤਿਰੰਗੇ ਝੰਡੇ ਨੂੰ ਵੀ ਪੂਰਾ ਸਨਮਾਨ ਦਿੱਤਾ ਗਿਆ। ਹਾਂਜੀ ਹਾਂ, ਤਿਰੰਗੇ ਝੰਡੇ ਦੀ ਕੋਈ ਕਿਸੇ ਕਿਸਮ ਦੀ ਬੇਹਰਮਤੀ ਨਹੀਂ ਕੀਤੀ ਗਈ, ਕਿਉਂਕਿ ਇਹ ਗੱਲ ਸਪਸ਼ਟ ਹੈ ਕਿ ਠੀਕ ਹੈ ਕਿਸਾਨਾਂ ਨੂੰ ਸਰਕਾਰ ਨਾਲ ਰੋਹ ਹੈ, ਲੇਕਿਨ ਕਿਸਾਨ ਦੇਸ਼ ਦੇ ਖਿਲਾਫ ਨਹੀਂ ਹੈਗੇ। ਇਸ ਚੀਜ਼ ਦਾ ਬਕਾਇਦਾ ਬਾਰ-ਬਾਰ ਐਲਾਨ ਕੀਤਾ ਗਿਆ। ਇਹ ਅਲੱਗ ਗੱਲ ਹੈ ਕਿ ਕੁਝ ਮੀਡੀਆ ਦੇ ਵਿੱਚ ਜਿਹੜੇ ਹੈ ਉਹ RSS BJP ਦੇ ਜਿਹੜੇ ਫਾਸਿਸਟ ਐਲੀਮੈਂਟ ਹੈ ਉਹ ਇਸ ਨੂੰ ਇਦਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ RSS ਦੀ ਭੋਗੜ ਸਾਹਿਬ ਜੇ ਆਪਾਂ ਗੱਲ ਵੀ ਛੱਡ ਦਈਏ ਤਾਂ ਦੂਜੇ ਜਿਹੜੇ ਆਪਣੇ ਆਪ ਦੇ ਹੀ ਆ ਪੰਜਾਬੀ ਆ, ਚਾਹੇ ਉਹ ਕਾਂਗਰਸੀ ਹੋਣ, ਹੈ ਤੇ ਸਿੱਖ ਔਰ ਪੰਜਾਬੀ ਆ। ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਦੀਪ ਸਿੱਧੂ ਨੇ ਖਾਲਿਸਤਾਨੀ ਹੋਣ ਦਾ ਸਬੂਤ ਦਿੱਤਾ ਹੈ ਸਰਕਾਰ ਦੇ ਇਸ਼ਾਰੇ ਤੇ। ਇਸ ਦੇ ਬਾਰੇ ਦੇਖੋ, ਅੱਜ ਦੀਪ ਸਿੱਧੂ ਦੇ ਉੱਤੇ ਬਾਰ-ਬਾਰ ਇਲਜ਼ਾਮ ਇਹ ਲੱਗਦਾ ਆ ਰਿਹਾ ਹੈ ਕਿ ਦੀਪ ਸਿੱਧੂ ਨੇ ਇੱਕ ਸੈਕਸ਼ਨ ਆਫ ਯੂਥ ਨੂੰ ਜਿਹੜਾ ਹੈ ਉਸ ਪਾਸੇ ਤੋਰਿਆ। ਮੈਂ ਇਸ ਤੇ ਵਿਸ਼ਵਾਸ ਇਸ ਕਰਕੇ ਕਰਦਾ ਕਿ ਬਹੁਤ ਸਮਾਂ ਪਹਿਲਾਂ ਇਹ ਜਿਹੜਾ ਸਾਰਾ ਅੰਦੋਲਨ ਜਦੋਂ ਸ਼ੁਰੂ ਹੋ ਰਿਹਾ ਸੀਗਾ ਉਸ ਵੇਲੇ ਦੀਪ ਸਿੱਧੂ ਨਾਲ ਮੇਰੇ ਨਾਲ ਵੀ 2 ਵਾਰੀ ਉਹਨਾਂ ਦੀ ਮੁਲਾਕਾਤ ਹੋਈ ਔਰ ਕਾਫੀ ਮੇਰੀ ਵਿਚਾਰ ਚਰਚਾ ਹੋਈ ਔਰ ਮੈਨੂੰ ਉਦੋਂ ਤੋਂ ਹੀ ਜਿਹੜਾ ਹੈ ਇਸ ਚੀਜ਼ ਦਾ ਖਦਸ਼ਾ ਮਹਿਸੂਸ ਹੋ ਰਿਹਾ ਸੀ ਕਿ ਦੀਪ ਸਿੱਧੂ ਦੀ ਜਿਹੜੀ ਪੋਲੀਟੀਕਲ ਅਪਰੋਚ ਹੈ ਉਹ ਇਸ ਅੰਦੋਲਨ ਨੂੰ ਜਿਹੜਾ ਹੈ ਇੱਕ ਖਾਸ ਕਿਸਮ ਦਾ ਰੰਗ ਦੇਣ ਵਾਲੇ ਪਾਸੇ ਲਿਜਾ ਰਹੀ ਸੀ। ਔਰ ਫਿਰ ਉਹੀ ਚੀਜ਼ ਬਾਅਦ ਦੇ ਵਿੱਚ ਹੋਈ, ਜਿਹੜਾ ਸ਼ੰਭੂ ਮੋਰਚਾ ਇਹਨਾਂ ਨੇ ਆਪਣੀ ਜਿਹੜੀ ਹੈ ਅਲੱਗ ਮੰਚ ਬਣਾਇਆ, ਉੱਥੇ ਆਪਣੀ ਅਲੱਗ ਡਫਲੀਏ ਵਜਾਉਂਦੇ ਰਹੇ ਔਰ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਉਸ ਮੋਰਚੇ ਤੇ ਹੋਈਆਂ। ਫਿਰ ਨਾਲ ਹੀ ਜਿਹੜਾ ਹੈ ਕਿਸਾਨਾਂ ਦੇ ਉੱਥੇ ਚਲੇ ਗਏ ਸਿੰਘੂ ਬੈਰੀਅਰ ਦੇ ਉੱਥੇ ਜਾ ਕੇ ਵੀ ਜਿਹੜਾ ਹੈ ਇਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਹੈ ਐਕਟੀਵਿਟੀ ਜਿਹੜੀ ਹੈ ਰੰਗਤ ਦੇਣ ਦੀ ਕੋਸ਼ਿਸ਼ ਉਹ ਕਰਦੇ ਰਹੇ ਔਰ ਅੱਜ
ਉਹੀ ਹੋਇਆ। ਪਹਿਲਾਂ ਇੱਕ ਕਿਸਾਨ ਨੇਤਾ ਰਜਿੰਦਰ ਸਿੰਘ ਨੇ ਸਿੱਧਾ ਇਲਜ਼ਾਮ ਲਗਾਇਆ ਦੁਪਹਿਰ ਵੇਲੇ ਕਿ ਇਹ ਸਾਰੀ ਜਿਹੜੀ ਕੀਤਾ ਧਰਿਆ ਦੀਪ ਸਿੱਧੂ ਦਾ ਹੈ। ਹੁਣ ਰਵਨੀਤ ਸਿੰਘ ਬਿੱਟੂ ਨੇ ਵੀ ਜਿਹੜੀ ਹੈ ਇਹ ਸਟੇਟਮੈਂਟ ਦਿੱਤੀ ਹੈ। ਤੇ ਦੀਪ ਸਿੱਧੂ ਦਾ ਜਿਹੜਾ ਸਾਰਾ ਕਿਰਦਾਰ ਹੈ ਉਸ ਅੰਦੋਲਨ ਦੇ ਵਿੱਚ ਉਹ ਹਮੇਸ਼ਾ ਹੀ ਜਿਹੜਾ ਹੈ ਸ਼ੱਕੀ ਜਿਹਾ ਰਿਹਾ ਹੈ। ਬਿਲਕੁਲ। ਉਹ ਔਰ ਉਸਦੀ ਇਸ ਕਰਕੇ ਉਹਨਾਂ ਦੇ ਬਾਰੇ ਜੋ ਕੁਝ ਕਿਹਾ ਜਾ ਰਿਹਾ ਉਹ ਨਿਰਾਧਾਰ ਨਹੀਂ ਹੈ। ਉਸ ਦੇ ਬਾਰੇ ਤਫਤੀਸ਼ ਹੋਣੀ ਚਾਹੀਦੀ ਹੈ ਕਿ ਸਾਰਾ ਕੁਝ ਕੀ ਚੱਲਿਆ ਔਰ ਕਿੱਥੋਂ ਚੱਲਿਆ। ਇਹਦੇ ਬਾਰੇ ਜ਼ਰੂਰ ਜਿਹੜੀ ਹੈ ਸਰਕਾਰ ਨੂੰ ਵੀ ਨੋਟਿਸ ਲੈ ਕੇ ਇਹਦੀ ਤਫਤੀਸ਼ ਕਰਨੀ ਚਾਹੀਦੀ ਹੈ। ਕਹਿੰਦੇ ਵੀ ਸੂਤਰਾਂ ਦੇ ਹਵਾਲੇ ਤੋਂ ਕਹਿੰਦੇ ਗੱਲਬਾਤ ਇਹ ਵੀ ਆ ਰਹੀ ਸੀ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜੀ ਹੈਗੀ ਜਾਂਚ ਵੀ ਕੋਈ ਕੀਤੀ ਜਾਊਗੀ ਕਿ ਕਿਸ ਤਰੀਕੇ ਦੀ ਇਹਦੀ ਸ਼ਮੂਲੀਅਤ ਹੈਗੀ ਹੈ। ਹਾਂ, ਬਿਲਕੁਲ ਕੀਤੀ ਜਾਣੀ ਚਾਹੀਦੀ ਹੈ। ਲੱਖਾ ਸਿਧਾਣਾ ਜਿਹੜਾ ਹੈ ਸਾਰੇ ਅਸੀਂ ਜਾਣਦੇ ਹਾਂ ਕਿ ਉਹਦਾ ਇੱਕ ਬਹੁਤ ਬੜਾ ਕ੍ਰਿਮੀਨਲ ਬੈਕਗ੍ਰਾਉਂਡ ਹੈ। ਉਹ ਗੈਂਗਸਟਰ ਹੈ ਔਰ ਪਿਛਲੇ ਕੁਝ ਸਮੇਂ ਤੋਂ ਆਪਣੇ ਆਪ ਨੂੰ ਉਹ ਰੋਬਿਨ ਹੁੱਡ ਟਾਈਪ ਜਿਹੜਾ ਹੈ ਲੋਕਾਂ ਦਾ ਪੱਖੀ ਹਮਦਰਦ ਬਣ ਕੇ ਉਹ ਜਿਹੜਾ ਹੈ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਕਈ ਵਾਰੀ ਸਹੀ ਮਾਇਨਿਆਂ 'ਚ ਵੀ ਹਿਰਦੇ ਪਰਿਵਰਤਨ ਹੋ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ ਕਿਸਮ ਦੇ ਇੱਕ ਵੇਲੇ ਦੇ ਬੈਡ ਕਰੈਕਟਰਸ ਕਿਸੇ ਵੇਲੇ ਸੁਧਰ ਨਹੀਂ ਸਕਦੇ, ਪਰ ਇਹ ਸਾਰੇ ਹਾਲਾਤ ਇਦਾਂ ਦੇ ਹੈ ਕਿ ਉਹਨਾਂ ਦੀ ਤਫਤੀਸ਼, ਉਹਨਾਂ ਦੇ ਬਾਰੇ ਇਨਵੈਸਟੀਗੇਸ਼ਨ ਹੋਣੀ ਬੜੀ ਜ਼ਰੂਰੀ ਹੈ ਤਾਂ ਕਿ ਜੋ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਆਵੇ। ਕਿਉਂਕਿ ਕਾਫੀ ਜ਼ਿਆਦਾ ਜਿਹੜਾ ਹੈ ਉਹਨਾਂ ਦੀ ਜਿਹੜੀ ਕਿਰਦਾਰ ਇਸ ਤਰ੍ਹਾਂ ਦਾ ਵਿਜ਼ੀਬਲ ਰਿਹਾ ਹੈਗਾ। ਖਾਸ ਤੌਰ ਤੇ ਮੈਂ ਦੀਪ ਸਿੱਧੂ ਦੇ ਬਾਰੇ ਤਾਂ ਮੈਂ ਕਹਿ ਸਕਦਾ ਕਿ ਉਹਨਾਂ ਨੇ ਪਹਿਲਾਂ ਸ਼ੰਭੂ ਫਿਰ ਉੱਥੇ ਸਿੰਘੂ ਬੈਰੀਅਰ ਦੇ ਉੱਤੇ ਵੀ ਆਪਣੀ ਅਲੱਗ ਜਿਹੀ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਜਿਹੜਾ ਹੈ ਇਫੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਭੋਗਲ ਸਾਹਿਬ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਤੁਹਾਡਾ। ਤਾਂ ਇਹ ਸਨ ਪ੍ਰੋਫੈਸਰ PS ਭੋਗਲ ਸਾਹਿਬ, ਜਿਨ੍ਹਾਂ ਦੇ ਵੱਲੋਂ ਜਿਹੜੀਆਂ ਹੁਣ ਤੱਕ ਦੀਆਂ ਕੁਝ ਵੱਡੀਆਂ ਅਪਡੇਟਸ ਸਾਹਮਣੇ ਆਈਆਂ ਸੀਗੀਆਂ ਟਰੈਕਟਰ ਪਰੇਡ ਹੋਣ ਤੋਂ ਬਾਅਦ, ਚਾਹੇ ਉਹ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰਨਾ ਹੋਵੇ, ਚਾਹੇ ਉਹ ਅਮਿਤ ਸ਼ਾਹ ਦੇ ਵੱਲੋਂ ਦਿੱਲੀ ਦੀ ਪੁਲਿਸ ਦੇ ਨਾਲ ਜਿਹੜਾ ਹੈਗਾ ਮਿਲ ਕੇ ਗੱਲਬਾਤ ਕਰਕੇ ਮੀਟਿੰਗ ਕਰਨ ਤੋਂ ਬਾਅਦ ਕੁਝ ਸਖਤੀ ਦੇ ਨਾਲ ਕਿਸਾਨਾਂ ਦੇ ਨਾਲ ਨਿਪਟਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹੋਣ, ਚਾਹੇ ਉਸ ਤੋਂ ਬਾਅਦ ਦਿੱਲੀ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਹੋਣ ਕਿ ਤੁਸੀਂ ਜਿਹੜਾ ਹੈਗੇ ਆ ਤੈਅ ਸਮੇਂ ਤੋਂ ਪਹਿਲਾਂ ਟਰੈਕਟਰ ਪਰੇਡ ਸ਼ੁਰੂ ਕਿਉਂ ਕੀਤੀ, ਚਾਹੇ ਦੀਪ ਸਿੱਧੂ ਦੇ ਉੱਪਰ ਜਿਹੜੇ ਹੈਗੇ ਆ MP ਰਵਨੀਤ ਬਿੱਟੂ ਦੇ ਉੱਪਰ ਕੁਝ ਇਲਜ਼ਾਮ ਲਗਾਏ ਹੋਣ। ਇਹਨਾਂ ਪੂਰੀਆਂ ਖਬਰਾਂ ਦੇ ਉੱਪਰ ਉਹਨਾਂ ਨੇ ਵਿਚਾਰ ਚਰਚਾ ਕੀਤੀ ਹੈ। ਤੇ ਫਿਲਹਾਲ ਦੇ ਲਈ ਮੈਨੂੰ ਇਜਾਜ਼ਤ, ਧੰਨਵਾਦ।